गल कोई एडी वड्डी नहीं आ। तुसीं इन्नियां मीटिंग्स दे बाद भी अगर कोई हल नहीं कढ़ पा रहे तो किते ना किते मैनूं लगदा कि सरकार दी जिहड़ी एक सरकार का ही वीक पॉइंट पर मैनूं लगदा अगे भी 10 मीटिंग्स हो गई। वो टेबल टॉक ही सीगा। हाँ एक होर कर लैन, आप बैठ जान। मैनूं लगदा प्रधानमंत्री साहब नूं आप बैठना चाहिए और एक बारी सुन लैन। और सुनना भी जरूरी आ। कहना कई बारी आपां नूं आदत बोलन दी हुंदी, सुनन दी आदत नहीं हुंदी। बहुत सारे लोगों नूं सुनन दी आदत नहीं। जिहड़ा बंदा सुन नहीं सकदा उहनूं पता ही नहीं चलूगा खामियां की आ। सारे लोगों का कंट्रीब्यूट है सरकार नूं बनाउण दा और छोटियां चीज़ां है। इह मैनूं लगदा ईगो जां अपनी परसनल जिहड़ी एक तुहाडा एटीट्यूड आ उहनूं दूर करके हर एक वर्ग दा जिहड़ा आ पक्ष सुनना चाहिए। देखो तुसीं ਇੱਕੋ ਚੀਜ਼ ਦੇ ਮਗਰ ਹੀ ਪਏ ਹੋਏ ਆ। ਉਹ ਇੱਕ ਬੰਦੇ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ? ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰਕੇ ਸਾਰਾ ਅੰਦੋਲਨ ਕਰ ਰਹੇ ਹੋ। ਗੱਲ ਆਮ ਲੋਕ ਬਹੁਤ ਭੋਲੇ ਹੁੰਦੇ ਆ। ਸਰਕਾਰਾਂ ਦੀਆਂ ਨੀਤੀਆਂ ਜਾਂ ਏਜੰਸੀਆਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਅਸੀਂ ਚਾਹ ਕੇ ਵੀ ਨਹੀਂ ਸਮਝ ਸਕਦੇ। ਤੁਹਾਨੂੰ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਸਾਡੇ ਆਲੇ ਦੁਆਲੇ ਕੌਣ ਫਿਰੀ ਜਾਂਦਾ ਤੇ ਜੋ ਮਰਜ਼ੀ ਕਰਵਾ ਲਓ। ਸੋ ਅਸੀਂ ਸਿਰਫ ਸਾਨੂੰ ਬਸ ਐਂ ਹੁੰਦਾ ਬਾਈ ਚੱਕ ਦੇ ਤੇਰੇ ਨਾਲ ਬਾਈ ਆਪਾਂ ਸਾਡੇ ਸਿਰਫ ਇੱਕ ਉਹ ਇਸ ਟਾਈਮ ਸਾਡੇ 'ਚ ਉਹ ਚੀਜ਼ ਆ ਵੀ ਬਾਈ ਤੁਸੀਂ ਪਹੁੰਚੋ ਉੱਥੇ ਦਿੱਲੀ ਜਾਓ ਜੇ ਉਹ। देश भर में इन्हीं दिनी सब तो वड्डा मसला किसानी अंदोलन बन चुके हैं। ਲੱਖਾਂ किसान करीब 2.5 महीने तो दिल्ली के ਬਾਰਡਰਾਂ ਨੂੰ ਘੇਰਾ ਮਾਰੀ बैठे ने। सड़कों तो लैके संसद तक खेती कानूनों ਨੂੰ रद्द करने ਲਈ जदोजहद जारी है, पर इस दे बावजूद भी खेती कानून रद्द ਹੁੰਦੇ नजर नहीं आ रहे। दूजे पासे 26 जनवरी के ट्रैक्टर मार्च च हुई हिंसा ਨੂੰ मुद्दा बना के किसानों ਨੂੰ खालिस्तानी अतवादी कहा जा रहा है, जिस कारण सरकार का विरोध होर भी तिखा हो गया। दूजे पासे पंजाबी गायक रणजीत बावा ने हुण मुड़ तो प्रधानमंत्री नरेंद्र मोदी नूं किसानां लई अपनी ईरखा त्यागण दी अपील कीती है। रणजीत बावा ने पत्रकारां दे सवालां दे जवाब दिंदे कहा है कि प्रधानमंत्री नूं बोलण नालों ज़्यादा किसानां नूं सुणन दी लोड़ है अते अपनी ईरखा छड्ड के खेती कानूनों ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਸਭ ਦਾ ਇੱਕੋ ਇੱਕ ਮੰਤਵ ਆ ਕਿ ਉਹ ਬਿੱਲ ਵਾਪਸ ਹੋਣ। ਇਨ ਬਿਟਵੀਨ ਜੋ ਵੀ ਹੋ ਰਿਹਾ ਜੋ ਵੀ ਹੋਇਆ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋਇਆ, ਉੱਥੇ ਵੀ ਬਹੁਤ ਕੁਝ ਹੋ ਰਿਹਾ। ਸੋ ਇਹ ਇੱਕ ਮੈਨੂੰ ਲੱਗਦਾ ਅੰਦੋਲਨ ਦਾ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਆ। ਇਹ ਚੀਜ਼ਾਂ ਵਾਪਰਨੀਆਂ ਜ਼ਰੂਰੀ ਆ। ਇਹ ਚੀਜ਼ਾਂ ਦੇ ਨਾਲ ਜਿਹੜਾ ਆ ਕਦੀ ਅੰਦੋਲਨ ਅੱਪ ਜਾਂਦਾ ਕਦੀ ਡਾਊਨ ਜਾਂਦਾ। ਅਗਰ ਉਹ ਸਿਮਿਲਰ ਜਾਂ ਉੱਦਾਂ ਦਾ ਹੀ ਰਹੂਗਾ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਉਸ ਚੀਜ਼ ਦਾ ਇੱਕ ਰੁਝਾਨ ਘਟ ਜੂਗਾ। ਸੋ ਲੋਕਾਂ ਤੱਕ ਉਹ ਚੀਜ਼ਾਂ ਪਹੁੰਚਣੀ ਅਗਰ कुछ करांगे ਤਾਂ ही ये चीज़ां वापरनगियां ना। अगर तुसीं उत्थे 26 हाँ जी ਅੱਜ ਡੀਸੀ ਦੀ गिरफ्तारी भी होगी जी। इस तो पहले प्रधानमंत्री का एक बयान भी आया है। किदा देखते हो जो सारी चीज़ां इस विच चेंज होंदियां नजर आईयां और खास करके 26 तरीक ਨੂੰ जो इंसीडेंस ਹੋਇਆ ਸੀ। देखो ਜਿੱਥੋਂ ਤੱਕ ਅਸੀਂ ਸਾਰੇ ਦੇਖਦੇ ਆ ਰਹੇ ਹਾਂ, ਤੁਸੀਂ ਸਾਡੇ ਤੋਂ ਵੱਧ ਸਿਆਣੇ ਹੋ। ਪਿਛਲੇ 2 ਮਹੀਨਿਆਂ ਦਾ 3 ਮਹੀਨੇ ਹੋਣ ਤੇ ਆ ਗਏ ਆ। ਸਰਕਾਰ ਆਪਣੀ ਜੇ ਤਿਆਰੀ ਹੋਈ ਆ ਔਰ ਕਿਸਾਨ ਜਥੇਬੰਦੀਆਂ ਜਾਂ ਜਿਹੜਾ ਸਾਰੇ ਕਿਸਾਨ ਭਾਈਚਾਰਾ ਆ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਉਹ ਸਾਰੇ ਆਪਣੀ ਜੇ ਤਿਆੜੇ ਹੋਏ ਆ। ਸੋ ਮੈਨੂੰ ਲੱਗਦਾ ਗੱਲ ਕੋਈ ਐਡੀ ਵੱਡੀ ਨਹੀਂ ਆ। ਤੁਸੀਂ ਇੰਨੀਆਂ ਮੀਟਿੰਗਸ ਦੇ ਬਾਅਦ ਵੀ ਅਗਰ ਕੋਈ ਹੱਲ ਨਹੀਂ ਕੱਢ ਪਾ ਰਹੇ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਇਹ ਜਿਹੜੀ ਇੱਕ ਸਰਕਾਰ ਦਾ ਹੀ ਵੀਕ ਪੁਆਇੰਟ ਤਾਂ ਲੋਕਾਂ ਨੂੰ ਤੁਸੀਂ ਉਲਝਾ ਰਹੇ ਹੋ। ਸਰਕਾਰ ਇਹਨਾਂ ਚੀਜ਼ਾਂ ਨੂੰ ਉਲਝਾ ਜਿਹੜਾ ਡੈਡਲੌਕ ਹੋ ਗਿਆ ਜੀ ਉਹਦਾ ਕੀ ਦਿੰਦੇ ਨਜ਼ਰ ਆਏ ਪ੍ਰਧਾਨ ਮੰਤਰੀ। ਉਹ ਕਿਤੇ ਨਾ ਕਿਤੇ ਹਰਿਤ ਕ੍ਰਾਂਤੀ ਦਾ ਜ਼ਿਕਰ ਕਰਦੇ ਨਜ਼ਰ ਆਏ, ਉਹ ਹੋਰ ਅੰਦੋਲਨਾਂ ਦਾ ਜ਼ਿਕਰ ਕਰਦੇ ਨਜ਼ਰ ਆਏ। ਨਾਲੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਟੇਬਲ ਟਾਕ ਕਰ ਦਿਓ, ਟੇਬਲ ਟਾਕ ਨਾਲ ਹੱਲ ਨਿਕਲੂਗਾ ਇਸ ਸਮੱਸਿਆ ਦਾ। ਲੰਬਾ ਖਿੱਚੀ ਜਾਓਗੇ ਤੇ ਫਿਰ ਹੱਲ ਨਹੀਂ ਨਿਕਲੂਗਾ। ਪਰ ਮੈਨੂੰ ਲੱਗਦਾ ਅੱਗੇ ਵੀ 10 ਮੀਟਿੰਗਸ ਹੋ ਗਈਆਂ। ਉਹ ਟੇਬਲ ਟਾਕ ਹੀ ਸੀਗਾ। ਹਾਂ ਇੱਕ ਹੋਰ ਕਰ ਲੈਣ, ਆਪ ਬੈਠ ਜਾਣ। ਮੈਨੂੰ ਲੱਗਦਾ ਪ੍ਰਧਾਨਮੰਤਰੀ ਸਾਹਿਬ ਨੂੰ ਆਪ ਬੈਠਣਾ ਚਾਹੀਦਾ ਔਰ ਇੱਕ ਵਾਰੀ ਸੁਣ ਲੈਣ। ਉਹ ਸੁਣਨਾ ਵੀ ਜ਼ਰੂਰੀ ਆ। ਕਹਿਣਾ ਕਈ ਵਾਰੀ ਆਪਾਂ ਨੂੰ ਆਦਤ ਬੋਲਣ ਦੀ ਹੁੰਦੀ, ਸੁਣਨ ਦੀ ਆਦਤ ਨਹੀਂ ਹੁੰਦੀ। ਬਹੁਤ ਸਾਰੇ ਲੋਕਾਂ ਨੂੰ ਸੁਣਨ ਦੀ ਆਦਤ ਨਹੀਂ। ਜਿਹੜਾ ਬੰਦਾ ਸੁਣ ਨਹੀਂ ਸਕਦਾ ਉਹਨੂੰ ਪਤਾ ਹੀ ਨਹੀਂ ਚੱਲੂਗਾ ਖਾਮੀਆਂ ਕੀ ਆ। ਸੋ ਇੰਨੇ ਲੋਕ ਇੰਨੇ ਲੱਖਾਂ ਲੋਕ ਜਿਹੜੇ ਬੈਠੇ ਆ ਉਹ ਕਿਤੇ ਨਾ ਕਿਤੇ ਬੇਵਕੂਫ ਤਾਂ ਹੋ ਨਹੀਂ ਸਕਦੇ ਕਿ ਉਹ ਐਵੇਂ ਹੀ ਬਿੱਲ ਰੱਦ ਕਰਾਉਣ 'ਤੇ ਬੈਠੇ ਆ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਜਾਂ ਉਹਦੇ ਵਿੱਚ ਖਾਮੀਆਂ ਜਿਹੜੀਆਂ ਤੁਸੀਂ ਇੱਕ ਵਾਰੀ ਸੁਣ ਲਓ। ਔਰ ਕੋਈ ਏਡਾ ਮਸਲਾ ਨਹੀਂ। ਇੰਨੀ ਡੈਮੋਕ੍ਰੈਟਿਕ ਇਹ ਕੰਟਰੀ ਆ, ਇੰਨੀ ਵੱਡੀ ਕੰਟਰੀ ਆ ਔਰ ਸਾਰੇ ਲੋਕਾਂ ਦਾ ਕੰਟਰੀਬਿਊਟ ਆ ਸਰਕਾਰ ਨੂੰ ਬਣਾਉਣ ਦਾ और छोटियां चीज़ां है। इह मैनूं लगदा ईगो जां अपनी परसनल जिहड़ी एक तुहाडा एटीट्यूड आ उहनूं दूर करके हर एक वर्ग दा जिहड़ा पक्ष सुनना चाहिए। इंटरनेशनल मीडिया इंटरनेशनल लोगों की गल करिए, बहुत सारे लोग साडे देश नूं सपोर्ट कर रहे हैं। साडे देश दा जिहड़ा बॉलीवुड हैगा वो क्यों सपोर्ट नहीं कर रहे? खासकर तुहाडे नूं लैके बहुत लगदा कि बाबा जी इकल्ले कर रहे हैं, बाकी सारे नहीं मैं कुछ नहीं कर रहा, सारे ही कर रहे। देखो बहुत इदां हुंदा कि आपां जदों किसी भी मुकाम ते पहुँच जाते हैं तो साडे फिर एक
ਬਹੁਤ ਜ਼ਿਆਦਾ ਸਰਕਲ ਬਣ ਜਾਂਦਾ। ਸੋ ਸਰਕਲ ਦੇ ਅੰਡਰ ਜਾਂ ਤਾਂ ਤੁਸੀਂ ਉਹਦੇ ਅੰਡਰ ਰਹਿ ਕੇ ਕੰਮ ਕਰੋਗੇ ਜਾਂ ਤੁਸੀਂ ਆਪਣਾ ਇੰਡੀਵਿਜੂਅਲੀ ਕੰਮ ਕਰੋਗੇ। ਜਿੱਦਾਂ ਹੁਣ ਅਸੀਂ ਇੰਡੀਵਿਜੂਅਲੀ ਕੰਮ ਕਰਦੇ ਹਾਂ, ਸਾਨੂੰ ਕੋਈ ਲੈਣ ਦੇਣ ਨਹੀਂ ਕਿਸੇ ਨਾਲ ਵੀ ਕੋਈ ਕੀ ਸਾਨੂੰ ਕੋਈ ਦਬਾਅ ਨਹੀਂ ਪਾ ਸਕਦਾ। ਸੋ ਮੈਨੂੰ ਲੱਗਦਾ ਉਹ ਜਿਸ ਲੈਵਲ 'ਤੇ ਉਹ ਲੋਕ ਪਹੁੰਚੇ ਆ, ਉਹਨਾਂ ਨੇ ਹੁਣ ਪਤਾ ਨਹੀਂ ਕੀ ਡਰ ਆ ਮਨਾਂ ਦੇ ਵਿੱਚ, ਕੀ ਉਹਨਾਂ ਦੇ ਘਪਲੇ ਆ, ਕੀ ਉਹਨਾਂ ਦੇ ਖੁਦ ਦੇ ਇੰਨੇ ਪਰਸਨਲ ਇਸ਼ੂ ਆ ਜਿਨ੍ਹਾਂ ਕਰਕੇ ਉਹਨਾਂ ਨੂੰ ਕਦੀ ਵੀ ਤੁਸੀਂ ਬੁਲਾ ਸਕਦੇ ਹੋ, ਕਦੀ ਵੀ ਆਪ ਪੋਸਟ ਕਰ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਕਹਿ ਰਹੇ ਨੇ ਲੱਖਾਂ ਸਿਧਾਣਾ ਤੇ ਦੀਪ ਸਿੱਧੂ ਦੀ ਬਹੁਤ ਸਾਰੀ ਕੰਟਰੋਵਰਸੀਜ਼ ਕ੍ਰੀਏਟ ਹੁੰਦੀਆਂ ਰਹੀਆਂ ਨੇ। ਕਿਵੇਂ ਦੇਖਦੇ ਹੋ ਬਾਲੀਵੁੱਡ ਇੰਡਸਟਰੀ ਨੂੰ, ਕਿਸੇ ਤਰ੍ਹਾਂ ਜਿਹੜੀ ਅੱਗੇ ਵੀ ਜਿਹੜੀ ਕੰਟੀਨਿਊ ਰਹੇਗੀ ਇੰਡਸਟਰੀ ਦੇ ਵਿੱਚ? ਆਬਵੀਅਸਲੀ ਰਹੇਗੀ। ਦੇਖੋ ਸਾਰੇ ਹੀ ਲੱਗੇ ਹੋਏ ਆ, ਭਾਵੇਂ ਖੈਰ ਹੁਣ ਚਲੋ ਇੱਕ ਕੰਮ ਵੀ ਨਾਲ ਜ਼ਰੂਰੀ ਆ ਸਾਰਿਆਂ ਦੇ, ਔਰ ਕਿਤੇ ਨਾ ਕਿਤੇ ਜਦੋਂ ਵੀ ਟਾਈਮ ਮਿਲਦਾ ਆ ਇਨ ਬਿਟਵੀਨ ਅਸੀਂ ਵੀ ਜਾਂਦੇ ਹਾਂ, ਸਾਰੇ ਸੀਨੀਅਰ ਵੀ ਜਾ ਰਹੇ ਆ, ਭਾਵੇਂ ਉਹ ਕੋਈ ਵੀ ਕਲਾਕਾਰ ਦਾ ਮਤਲਬ ਇਹ ਨਹੀਂ ਸਿੰਗਰ ਹੀ, ਕੋਈ ਵੀ ਵਰਗ ਦੇ ਨਾਲ ਜਿਹੜਾ ਆ ਤਾਲੁਕ ਰੱਖਦਾ, ਭਾਵੇਂ ਉਹ ਡਾਕਟਰ ਆ, ਭਾਵੇਂ ਉਹ ਵਕੀਲ ਆ, ਸਾਰੇ ਹੀ ਉੱਥੇ ਆਪਣੀ ਇੱਕ ਅਹਿਮੀਅਤ ਸਮਝ ਰਿਹਾ। ਕਿਉਂਕਿ ਇਹ ਸਮੇਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਤੁਹਾਨੂੰ ਪਤਾ ਚੱਲ ਜਾਂਦਾ ਕਿਹੜੇ ਤੁਹਾਡੇ ਆਪਣੇ ਆ ਜਾਂ ਕਿਹੜੇ ਸਿਰਫ ਖਾਲੀ ਬੜਕਾ ਮਾਰਨ ਵਾਲੀ ਆ। ਸੋ ਇਹ ਬਹੁਤ ਚੰਗੀ ਚੀਜ਼ ਆ, ਇਹਦੇ ਵਿੱਚ ਪਤਾ ਲੱਗਦਾ। ਦੀਪ ਸਿੱਧੂ ਦੀ ਗ੍ਰਿਫਤਾਰੀ ਜਿਹੜੀ ਆਈ ਹੈ ਉਹ ਹੁਣ ਲਗਾਤਾਰ ਪਿੱਛੇ ਹਟ ਗਏ ਨੇ, ਉਹਨਾਂ ਤੇ ਜਿਹੜਾ ਸਰਕਾਰੀ ਪ੍ਰੈਸ਼ਰਾਈਜ਼ ਵੀ ਉਹਨਾਂ ਨੂੰ ਕੀਤਾ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ। ਕੀ ਕਹੋਗੇ ਯਾਰ ਮੈਨੂੰ ਪਤਾ ਨਹੀਂ ਇਸ ਮਸਲੇ ਦਾ। ਮੈਨੂੰ ਲੱਗਦਾ ਕਿ ਆਪਾਂ ਨੂੰ ਗੱਲ ਉਸ ਇੱਕ ਕਿਸਾਨੀ ਦੀ ਗੱਲ ਹੋ ਰਹੀ ਆ, ਕਿਸੇ ਨੂੰ ਕਿਸੇ ਇੱਕ ਵਰਗ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ, ਕਿਸੇ ਨੂੰ ਤੋੜਨਾ ਨਹੀਂ ਚਾਹੀਦਾ। ਕੋਈ ਕੌਣ ਆ, ਦੇਖੋ ਇੱਕ ਸਾਰਿਆਂ ਦੀ ਗੱਲ ਆ, ਇਹ ਕਿਸੇ ਦਾ ਪਰਸਨਲ ਮਸਲਾ ਨਹੀਂ, ਨਾ ਉਹਦਾ ਮਸਲਾ ਨਾ ਇਹਦਾ ਮਸਲਾ, ਇਹ ਸਾਰਿਆਂ ਦਾ ਸਾਂਝਾ ਮਸਲਾ, ਸਾਰਿਆਂ ਨੂੰ ਸਾਂਝੇ ਹੋ ਕੇ ਚੱਲਣਾ ਚਾਹੀਦਾ। ਮੈਨੂੰ ਲੱਗਦਾ ਕਿ ਆਪਾਂ ਨੂੰ ਉਲਝਾ ਹੀ ਇਸ ਚੱਕਰ 'ਚ ਲਿਆ ਗਿਆ ਕਿ ਆਪਾਂ ਇਸ ਉਲਝਣ ਦੇ ਵਿੱਚ ਵੜੇ ਰਹੀਏ ਔਰ ਆਪਸ 'ਚ ਹੀ ਇਹਨਾਂ ਨੂੰ ਮਿਲਾਉਣ ਦੇ ਵਿੱਚ ਹੀ ਆਪਣਾ ਟਾਈਮ ਜਿਹੜਾ ਖਰਾਬ ਹੋ ਰਿਹਾ। ਇਸ ਦੌਰਾਨ ਰਣਜੀਤ ਬਾਵਾ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਰਣਜੀਤ ਬਾਵਾ ਨੇ ਅਸਿੱਧੇ ਤੌਰ ਤੇ ਲਾਲ ਕਿਲੇ ਉੱਪਰ ਝੰਡਾ ਚੜਾਉਣ ਦੀ ਘਟਨਾ ਨੂੰ ਕੁਦਰਤੀ ਵਰਤਾਰਾ ਆਖਿਆ। ਰਣਜੀਤ ਬਾਵਾ ਨੇ ਕਿਹਾ ਕਿ ਜੋ ਕੁਝ ਵੀ 26 ਜਨਵਰੀ ਨੂੰ ਹੋਇਆ, ਲੋਕਾਂ ਦੇ ਇਕੱਠ ਨੂੰ ਦੇਖਦਿਆਂ ਉਹ ਸਭ ਕੁਝ ਸੁਭਾਵਿਕ ਸੀ, ਕਿਉਂਕਿ ਇੰਨੇ ਵੱਡੇ ਇਕੱਠ ਨੂੰ ਸਾਂਭਣਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਸੀ। ਉਹਨਾਂ ਇਕੱਲੇ ਦੀਪ ਸਿੱਧੂ ਨੂੰ ਟਾਰਗੇਟ ਕਰਨ ਦਾ ਵੀ ਵਿਰੋਧ ਕੀਤਾ ਹੈ। ਦੀਪ ਸਿੱਧੂ ਦਾ ਜਿਹੜਾ ਸਾਰਾ ਇਨਸੀਡੈਂਸ ਹੋਇਆ ਔਰ ਗ੍ਰਿਫਤਾਰੀ ਹੋਈ ਹੈ, ਉਹ ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਯਾਰ ਦੇਖੋ, ਤੁਸੀਂ ਇੱਕੋ ਚੀਜ਼ ਦੇ ਮਗਰੀ ਪਏ ਹੋਏ ਆ। ਉਹ ਇੱਕ ਬੰਦੇ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ? ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰਕੇ ਸਾਰਾ ਅੰਦੋਲਨ ਕਰ ਰਹੇ ਹੋ। ਗੱਲ ਦੇਖੋ, ਉਸ ਉਦੋਂ ਹਜੂਮ ਹੀ ਇੰਨਾ ਸੀਗਾ, ਮੈਨੂੰ ਖੈਰ ਪਤਾ ਨਹੀਂ, ਪਰ ਜੋ ਵੀ ਹੋਇਆ ਉਹ ਕੁਝ ਦੇਖੋ, ਇਹ ਅੰਦੋਲਨ ਦੇ ਨਾਲ ਵਾਪਰਨੀਆਂ ਚੀਜ਼ਾਂ ਲਾਜ਼ਮੀ ਆ। ਇਸ ਵੱਡੇ ਲੈਵਲ ਤੇ ਜਦੋਂ ਲੱਖਾਂ ਦੀ ਤਾਦਾਦ 'ਚ ਲੋਕ ਹੋਣਗੇ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਜਾਂ ਉਹਨਾਂ ਨੂੰ ਲੀਡ ਕਰਨਾ ਜਿਹੜਾ ਆ ਉਹ ਬਹੁਤ ਔਖਾ ਹੋਊਗਾ। ਔਰ ਕਿਉਂਕਿ ਉਹਦੇ ਪਿੱਛੇ ਜਵਾਨੀ ਬਹੁਤ ਆ, ਲੋਕ ਬਹੁਤ ਆ, ਯੰਗਸਟਰ ਬਹੁਤ ਆ। ਸੋ ਯੰਗਸਟਰ ਨੂੰ ਇੱਕ ਆਪਾਂ ਪਹਿਲੇ ਦਿਨ ਤੋਂ ਇਹੀ ਗੱਲ ਕਰ ਰਹੇ ਹਾਂ ਕਿ ਜੋਸ਼ ਜਿਹੜਾ ਆ ਉਹ ਹੋਸ਼ ਦੇ ਨਾਲ ਹੀ ਕੰਮ ਆਉਣਾ ਚਾਹੀਦਾ। ਲੇਕਿਨ ਤੁਹਾਨੂੰ ਲੱਗਦਾ ਨਹੀਂ ਇਸ ਤਰ੍ਹਾਂ ਦੀ ਘਟਨਾਵਾਂ ਦੇ ਨਾਲ ਅੰਦੋਲਨ ਦਾ ਨਾਂ ਵੀ ਬਦਨਾਮ ਹੋ ਰਿਹਾ ਔਰ ਬਰਗਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜਿਹੜੇ ਅੰਦੋਲਨ ਨਾਲ? ਦੇਖੋ ਪਤਾ ਕੀ ਹੁੰਦਾ, ਦੇਖੋ ਆਮ ਲੋਕ ਬਹੁਤ ਭੋਲੇ ਹੁੰਦੇ ਆ। ਸਰਕਾਰਾਂ ਦੀਆਂ ਨੀਤੀਆਂ ਜਾਂ ਏਜੰਸੀਆਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਅਸੀਂ ਚਾਹ ਕੇ ਵੀ ਨਹੀਂ ਸਮਝ ਸਕਦੇ। ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਸਾਡੇ ਆਲੇ ਦੁਆਲੇ ਕੌਣ ਫਿਰੀ ਜਾਂਦਾ ਤੇ ਜੋ ਮਰਜ਼ੀ ਕਰਵਾ ਲਓ। ਸੋ ਅਸੀਂ ਸਿਰਫ ਸਾਨੂੰ ਬਸ ਐਂ ਹੀ ਹੁੰਦਾ, ਬਾਈ ਚੱਕ ਦੇ ਤੇਰੇ ਨਾਲ ਆ ਬਾਈ, ਆਪਾਂ ਸਾਡੇ ਸਿਰਫ ਇੱਕ ਉਹ ਇਸ ਟਾਈਮ ਸਾਡੇ 'ਚ ਉਹ ਚੀਜ਼ ਆ ਵੀ ਬਾਈ ਤੁਸੀਂ ਪਹੁੰਚੋ ਉੱਥੇ, ਦਿੱਲੀ ਜਾਓ ਜੇ। ਸੋ ਸਾਡਾ ਮਕਸਦ ਇਹ ਆ ਕਿ ਦੇਖੋ ਅੰਦੋਲਨ ਬਹੁਤ ਲੰਬੇ ਚੱਲੇ, ਜਦੋਂ ਪਹਿਲਾਂ ਵੀ ਦੁਨੀਆ 'ਚ ਕਿਤੇ ਵੀ ਅੰਦੋਲਨ ਹੋਏ ਉਹਨਾਂ 'ਚ ਸਬਰ, ਸੰਤੋਖ ਔਰ ਸ਼ਾਂਤੀ ਬਹੁਤ ਜ਼ਰੂਰੀ ਆ। ਸੋ ਉਹਦੇ ਪਿੱਛੇ ਆਪਣੀ ਇੱਕ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਬਹੁਤ ਸਾਰੇ ਲੀਡਰ ਚੁਣ ਲੋਗੇ ਨਾ ਤਾਂ ਆਪਾਂ ਉੱਥੇ ਕਿਤੇ ਨਾ ਕਿਤੇ ਹਰਟ ਹੋਵਾਂਗੇ। ਅੱਜ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਕਹਿੰਦਾ, ਅੱਜ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਕਹਿੰਦਾ। ਜਿਹੜੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਉਹਦੇ ਬਾਰੇ ਕੀ ਕਹਿ ਰਹੇ ਹੋ? ਕਿਉਂਕਿ ਉਹ ਮੈਨੂੰ ਦੱਸੋ, ਮੈਂ ਆਇਆ ਕਿੱਧਰ ਹੀਗਾ? ਤਾਂ ਬਹੁਤ ਹੀ ਮਾੜੀ ਘਟਨਾ। ਦੇਖੋ ਤਾਂ ਜਿੰਨੇ ਵੀ ਸਾਡੇ ਵੀਰ, ਸਾਡੇ ਬਜ਼ੁਰਗ ਉੱਥੇ ਸ਼ਹੀਦ ਹੋਏ ਆ ਜਾਂ ਉੱਥੇ ਉਹਨਾਂ ਦੀਆਂ ਜਾਨਾਂ ਗਈਆਂ, ਉਹ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦਾ ਅੰਦੋਲਨ ਨੂੰ ਸਭ ਤੋਂ ਵੱਡਾ ਯੋਗਦਾਨ ਉਹਨਾਂ ਲੋਕਾਂ ਦਾ ਹੈ। ਇੱਕ ਅਧਿਕਾਰੀ ਸਰਕਾਰੀਆਂ ਨੂੰ ਅੰਦੋਲਨ ਜੀਵੀ ਕਹਿੰਦੇ, ਕਿਸਾਨਾਂ ਨੂੰ ਅੰਦੋਲਨ ਜੀਵੀ ਕਹਿੰਦਾ। ਤੁਸੀਂ ਜੁੜੇ ਹੋਏ ਹੋ, ਤੁਹਾਡੇ ਗਾਣੇ ਜਿਹੜੇ ਨੇ ਉਹ ਕਿਸਾਨੀ ਨੂੰ ਕਾਫੀ, ਇਸ ਅੰਦੋਲਨ ਨੂੰ ਕਾਫੀ ਪ੍ਰਮੋਟ ਕਰਦੇ ਨਜ਼ਰ ਆ ਰਹੇ। ਰੁਪਈਆ ਇਕੱਠਾ ਹੋਇਆ, ਪਰ ਘਰ ਉਹਨਾਂ ਨੇ ਜਿਹੜੇ ਜੱਟਾਂ ਦੇ ਘਰ ਆ, ਜਿਹੜੇ ਜ਼ਿਮੀਂਦਾਰਾਂ ਦੇ ਘਰ ਆ, ਉਹਨਾਂ ਨੂੰ 10,000 ਰੁਪਈਆ। ਉਸ ਤੋਂ ਇਲਾਵਾ ਜਿਹੜੇ ਲੋਕ ਖੇਤੀ ਨਹੀਂ ਕਰਦੇ ਉਹਨਾਂ ਨੂੰ 5,000 ਰੁਪਈਆ ਪਰ ਘਰ ਲਾਇਆ ਹਨ। ਜਿੱਦਾਂ ਸਾਡਾ ਪਿੰਡ ਬਹੁਤ ਵੱਡਾ, ਤਾਂ 5 ਲੱਖ ਸਮਥਿੰਗ ਅਮਾਊਂਟ ਜਿਹੜੀ ਇਕੱਠੀ ਹੋਈ ਆ ਔਰ ਟਰਾਲੀ ਭਰ ਕੇ ਦਿੱਲੀ ਗਏ। ਤਾਂ ਹੁਣ ਤੁਸੀਂ ਉਹਨਾਂ ਨੂੰ ਕੀ ਕਹਿ ਸਕਦੇ ਹੋ ਕਿ ਇਹ ਲੋਕ ਪੈਸਾ ਇਕੱਠਾ ਕਰ ਰਹੇ ਆ ਜਾਂ ਇਹ ਬੈਂਕਾਂ 'ਚ ਜਮ੍ਹਾਂ ਕਰਾ ਰਹੇ? ਸੋ ਇੱਦਾਂ ਦੇ ਹਜ਼ਾਰਾਂ, ਪੰਜਾਬ ਦੇ ਵਿੱਚ 12,000 ਕਿੰਨੇ ਪਿੰਡ ਆ। ਸੋ ਜੇ ਅਗਰ ਇੱਕ ਪਿੰਡ ਦੇ ਵਿੱਚੋਂ ਇੰਨੀ ਮਾਤਰਾ ਦੇ ਵਿੱਚ ਸੇਵਾ ਇਕੱਠੀ ਹੋ ਰਹੀ ਆ ਤਾਂ ਤੁਸੀਂ ਲੱਗਦੇ ਕਿਤੇ ਕਮੀ ਆ ਸਕਦੀ ਆ। ਔਰ ਪੰਜਾਬੀ ਲੋਕਾਂ ਦੇ ਤਾਂ
ਤਾਂ ਵੈਸੇ ਹੀ ਬੜੀ ਬਖਸ਼ਿਸ਼ ਆ, ਇਹ ਲੋਕ ਤਾਂ ਵੈਸੇ ਹੀ ਦਰਿਆ ਦੇ ਲਏ ਆ ਤੁਰੇ ਜਾ। ਰਣਜੀਤ ਬਾਵਾ ਨੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾ ਕਰਨ ਲਈ ਪੰਜਾਬ ਸਰਕਾਰ ਸਣੇ ਕਈ ਸੰਸਥਾਵਾਂ ਕੰਮ ਕਰ ਰਹੀਆਂ ਨੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਨੌਜਵਾਨ ਜਲਦੀ ਹੀ ਜੇਲ੍ਹਾਂ ਤੋਂ ਬਾਹਰ ਆਉਣਗੇ। ਨੌਜਵਾਨ ਹੋ ਦਿੰਦੇ ਹੈ ਨਾ 84 ਦੀ ਅਗਰ ਗੱਲ ਕਰੀਏ ਇੰਜ ਹੀ ਨੌਜਵਾਨ ਆਪਣੇ ਬਹੁਤ ਗਾਇਬ ਹੋਏ ਸੀ, ਜਿਵੇਂ 26 ਨੂੰ ਗਾਇਬ ਹੋਏ ਨੇ, ਬਹੁਤ ਨੌਜਵਾਨ ਲਾਪਤਾ ਨੇ, ਕੁਝ ਦੀ ਗਿਣਤੀ ਜੇਲ੍ਹਾਂ ਦੇ ਵਿੱਚ ਹੈ ਤੇ ਕੁਝ ਦੀ ਹਜੇ ਬਾਹਰ ਨਹੀਂ ਆਈ। ਜੀ ਦੇਖੋ, ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜਾ ਇੱਕ ਜਿਹੜੇ ਮੁੰਡੇ ਸਾਡੇ ਜੇਲ੍ਹ ਦੇ ਵਿੱਚ ਆ ਉਹਨਾਂ ਪਿੱਛੇ ਇੱਕ ਬਹੁਤ ਮੈਨੂੰ ਲੱਗਦਾ ਕਿ ਬੈਕਬੋਨ ਦੀ ਤਰ੍ਹਾਂ ਕੰਮ ਕਰ ਰਹੀਆਂ ਜਥੇਬੰਦੀਆਂ ਜਾਂ ਸਰਕਾਰਾਂ ਵੀ ਸਾਥ ਦੇ ਰਹੀਆਂ। ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਜਾਂ ਹੋਰ ਜਿਹੜੀਆਂ NGOs ਆ ਉਹ ਸਾਰੀਆਂ ਲੱਗੀਆਂ ਹੋਈਆਂ ਆ। ਇਹ ਬਹੁਤ ਚੰਗੀ ਗੱਲ ਆ, ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਰਿਹਾ ਜਾਂ ਸਾਰੇ ਲੋਕਾਂ ਦੇ ਨਜ਼ਰ ਦੇ ਵਿੱਚ ਉਹ ਇੱਕ ਦਿਮਾਗ ਦੇ ਵਿੱਚ ਗੱਲ ਆ ਕਿ ਇਹ ਲੋਕ ਜਿਹੜੇ ਆ ਉਸ ਦਿਨ ਗਾਇਬ ਹੋ ਗਏ। ਪਰ ਮੇਨ ਗੱਲ ਇਹ ਹੁੰਦੀ ਕਿ ਜੇ ਉਹਨਾਂ ਨੂੰ ਧਿਆਨ ਨਾ ਕੀਤਾ, 84 ਵੇਲੇ ਇਹ ਹੋਇਆ ਕਿ ਉਦੋਂ ਲੋਕਾਂ ਦੇ ਉੱਤੇ ਦਬਾਅ ਸਰਕਾਰ ਦਾ ਸੀਗਾ, ਉਦੋਂ ਇੱਕ ਮਾਹੌਲ ਇਦਾਂ ਦਾ ਬਣ ਚੁੱਕਿਆ ਸੀਗਾ, ਦੰਗੇ ਕਰਵਾ ਦਿੱਤੇ ਗਏ। ਪਰ ਹੁਣ ਇਹਨਾਂ ਲੋਕਾਂ ਦੀ ਜਿਹੜੀ ਜਿੱਦਾਂ ਨੌਦੀਪ ਕੌਰ ਜਿਹੜੀ ਉਹ ਕੁੜੀ ਆ, ਉਹਦੇ ਲਈ ਵੀ ਅੱਜ ਉਹਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਸਰਕਾਰ ਨੂੰ ਕਿ ਤੁਸੀਂ ਇਹਦੇ 'ਚ ਵੀ ਦਖਲ ਦਿਓ। ਸੋ ਇਹ ਬਹੁਤ ਜ਼ਰੂਰੀ ਚੀਜ਼ਾਂ ਹੈ ਕਿ ਲੋਕ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖ ਰਹੇ ਆ ਕਿ ਉਹਨਾਂ ਲੋਕਾਂ ਨੂੰ ਵੀ ਕੋਈ ਜਿਹੜਾ ਆ ਜਾਨੀ ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਨੁਕਸਾਨ ਨਾ ਹੋਵੇ। ਇਸ ਦੇ ਨਾਲ ਇੱਕ ਸੰਦੇਸ਼ ਨੌਜਵਾਨਾਂ ਨੂੰ ਦੇ ਦਿਓ, ਕਿਉਂਕਿ ਹਮੇਸ਼ਾ ਕਿਹਾ ਜਾਂਦਾ ਪੰਜਾਬੀ ਜਿਹੜੇ ਜੋਸ਼ ਦੇ ਵਿੱਚ ਚੀਜ਼ਾਂ ਕਰ ਜਾਂਦੇ ਨੇ, ਕਿਤੇ ਨਾ ਕਿਤੇ ਬਾਅਦ 'ਚ ਖਰਾਬ ਹੁੰਦੀਆਂ। ਦੇਖੋ, ਮੈਂ ਆਪਣੇ ਤੌਰ ਤੇ ਇਹੀ ਚਾਹੁੰਦਾ ਕਿ ਇਸ ਟਾਈਮ ਸਮਾਂ ਇਹ ਨਹੀਂ ਆ ਤੁਸੀਂ ਕਿਸੇ ਇੱਕ ਬੰਦੇ ਨੂੰ ਹੀਰੋ ਬਣਾ ਕੇ ਜਾਂ ਕਿਸੇ ਇੱਕ ਦੇ ਮਗਰ ਹੀ ਲੱਗੇ ਰਹੋ, ਆਓ ਕੀ ਕਰਦਾ ਜੇ। ਸਮਾਂ ਇਹ ਹੈ ਯੂਨਿਟੀ ਦਾ। ਤੁਸੀਂ ਸਿਰਫ ਇੱਕ ਖੇਤੀ ਬਿੱਲਾਂ ਦੀ ਗੱਲ ਕਰੋ, ਉਹਦੇ ਮਸਲੇ ਦੇ ਉੱਤੇ ਬੈਠੋ, ਉਹਦੇ ਮਸਲੇ ਦੇ ਉੱਤੇ ਵਿਚਾਰ ਗੋਸ਼ਟੀ ਕਰੋ। ਬਾਕੀ ਜੋ ਹੋ ਰਿਹਾ ਉਹ ਇੱਕ ਅੰਦੋਲਨ ਦਾ ਹਿੱਸਾ ਆ। ਇਹਦੇ ਵਿੱਚ ਬਹੁਤ ਸਾਰਿਆਂ ਨੂੰ ਝੱਲਣਾ ਵੀ ਪੈਂਦਾ ਆ, ਬਹੁਤ ਸਾਰਿਆਂ ਦਾ ਪਤਾ ਵੀ ਚੱਲ ਜਾਂਦਾ ਆ। ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇੱਕ ਯੂਨਿਟੀ ਬਹੁਤ ਜ਼ਰੂਰੀ ਆ। ਜਿੱਦਾਂ ਮੈਨੂੰ ਲੱਗਦਾ ਕਿ ਅੰਦੋਲਨ ਜਿਹੜਾ ਟਕੈਤ ਸਾਹਿਬ ਨੇ ਸਾਂਭ ਲਿਆ ਉਸ ਤੋਂ ਬਾਅਦ ਉਹਨਾਂ ਦਾ ਬਹੁਤ ਯੋਗਦਾਨ ਰਿਹਾ। ਸੋ ਉੱਦਾਂ ਦੀਆਂ ਚੀਜ਼ਾਂ ਉਹ ਇੱਕ ਇਮੋਸ਼ਨਲ, ਉਹਨਾਂ ਦੇ ਇਮੋਸ਼ਨ ਨਾਲ ਹੀ ਸਾਰੀ ਦੁਨੀਆ ਦੇਖੋ ਤੁਸੀਂ ਇੱਕ ਪਿਘਲ ਗਈ, ਇੱਕ ਇਮੋਸ਼ਨ ਦੇ ਨਾਲ ਪਿਘਲ ਗਈ। ਦੱਸੀਏ ਕਿ ਭਲਕੇ ਸਵੇਰੇ ਹੀ ਇਹ ਖਬਰਾਂ ਮਿਲ ਰਹੀਆਂ ਸੀ ਕਿ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਜੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ, ਪਰ ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੀਪ ਸਿੱਧੂ ਨੇ ਖੁਦ ਨੂੰ ਪੁਲਿਸ ਅੱਗੇ ਸਰੈਂਡਰ ਕੀਤਾ ਹੈ। ਫਿਲਹਾਲ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖੋ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ, ਜਦਕਿ ਦੀਪ ਸਿੱਧੂ ਦੀ ਰਿਹਾਈ ਹੁਣ ਕਦੋਂ ਹੁੰਦੀ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।